ਜਿਨ੍ਹਾਂ ਨੂੰ ਕੋਵਿਡ ਹੋ ਚੁੱਕਿਆ 2 ਹਫ਼ਤੇ ਕੋਵਿਡ ਨੂੰ ਹੋ ਕੇ ਰਿਕਵਰੀ ਹੋ ਚੁੱਕੀ ਉਸ ਨੂੰ 90 ਡੇਜ਼ ਤੱਕ ਦੇਖਿਆ ਗਿਆ ਕਿ ਉਹਨੂੰ ਕੋਵਿਡ ਕਰਕੇ ਜਿਹੜੀ ਐਂਟੀਬਾਡੀ ਬਣਦੀਆਂ ਉਹਦੀ ਪ੍ਰੋਟੈਕਸ਼ਨ ਹੁੰਦੀ ਹੈ ਕੋਵਿਡ ਦੇ ਪੇਸ਼ੈਂਟ ਉਸ ਤੋਂ ਬਾਅਦ ਉਹ ਪ੍ਰੋਟੈਕਸ਼ਨ ਘਟ ਜਾਂਦੀ ਹੈ। ਸੋ ਪਰ ਸਰਕਾਰ ਵੱਲੋਂ ਇਹ ਹੈ ਕਿ 1 ਮਹੀਨੇ ਤੋਂ ਬਾਅਦ ਜਿਹੜਾ ਕੋਵਿਡ ਰਿਕਵਰ ਹੋ ਗਿਆ ਉਹ ਕਿਦੋਂ ਵੀ ਵੈਕਸੀਨ ਲਗਵਾ ਸਕਦਾ ਹੈ। ਕੋਵਿਡ ਦੇ ਹੁੰਦੇ ਹੋਏ ਜਾਂ ਫੈਮਿਲੀ ਵਿੱਚ ਬੁਖਾਰ ਹੋਵੇ ਜਾਂ ਫੈਮਿਲੀ 'ਚ ਕਿਸੇ ਨੂੰ ਕਰੋਨਾ ਹੁਣੀ ਹੋਇਆ ਹੋਵੇ 2 ਹਫ਼ਤੇ ਉਹਨਾਂ ਨੂੰ ਵੈਕਸੀਨੇਸ਼ਨ ਨਹੀਂ ਕਰਾਉਣੀ ਚਾਹੀਦੀ, ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਕੁਝ ਹਫ਼ਤੇ। ਜਾਂ ਮੇਲ ਨੇ ਯੰਗ ਮੁੰਡੇ ਕਹਿੰਦੇ ਨੇ ਕਿ ਕਮਜ਼ੋਰੀ ਹੋ ਜਾਏਗੀ, ਪੇਰੈਂਟਸ ਨਹੀਂ ਲਗਾਉਣ ਦਿੰਦੇ ਕਿ ਬੱਚਾ ਨਹੀਂ ਪੈਦਾ ਹੋ ਸਕਦਾ, ਉਹ ਬਹੁਤ ਵੱਡੀ ਅਫਵਾਹ ਹੈ। ਲੇਡੀਜ਼ ਦੇ ਵਿੱਚ ਹੈ, ਯੰਗ ਲੇਡੀਜ਼ ਨੂੰ ਲੋਕ ਕਹਿੰਦੇ ਕਿ ਦੇਖੋ ਜੇ ਤੁਸੀਂ ਕੀਤਾ ਤਾਂ ਹੋ ਸਕਦਾ ਬੱਚੇ ਅੱਗੇ ਪ੍ਰੈਗਨੈਂਸੀ 'ਚ ਕੋਈ ਪ੍ਰੋਬਲਮ ਆਵੇ। ਇਹ ਹਾਲੇ ਤੱਕ ਇਹ ਨਿਰਾਧਾਰ ਹੈ ਕਿਉਂਕਿ ਅੱਛੀ ਤਰ੍ਹਾਂ ਸਟੱਡੀਜ਼ ਹੋ ਚੁੱਕੀਆਂ ਨੇ ਤੇ ਇਹਦੇ ਵਿੱਚ ਇਹਦੇ ਕੋਈ ਉਹ ਨਹੀਂ ਹੈ। ਜਿਹੜੇ ਹਾਰਟ ਦੇ ਪੇਸ਼ੈਂਟ ਹੈ, ਅਧਰੰਗ ਦੇ ਪੇਸ਼ੈਂਟ ਹੈ, ਬਾਈਪਾਸ ਹੋਇਆ, ਸਟ੍ਰੋਕ ਹੋਇਆ, ਸਟੈਂਟ ਪਿਆ ਜਾਂ ਜਿਨ੍ਹਾਂ ਦੇ ਵਾਲਵ ਚੇਂਜ ਹੋਏ ਨੇ, ਪੇਸਮੇਕਰ ਪਿਆ, ਉਹ ਜਾਂ ਜਿਹੜੇ ਕੈਂਸਰ ਦੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਰੇਡੀਏਸ਼ਨ ਪਹਿਲਾਂ ਮਿਲ ਚੁੱਕੀ ਹੈ ਜਾਂ ਪਹਿਲਾਂ ਕੀਮੋ ਮਿਲ ਚੁੱਕੀ ਹੈ, ਐਕਟਿਵ ਕੀਮੋ ਨਹੀਂ ਲੈ ਰਹੇ, ਉਹ ਸਾਰੇ ਬੰਦਿਆਂ ਨੂੰ ਵੈਕਸੀਨੇਸ਼ਨ ਦੀ ਕੋਈ ਮਨਾਹੀ ਨਹੀਂ ਹੈ। ਬਹੁਤ ਰੇਅਰ ਚੀਜ਼ਾਂ ਨੇ ਜਿਹੜੀਆਂ ਕਿ ਯੂਰਪ ਦੀ ਕੁਝ ਕੰਟਰੀਜ਼ 'ਤੇ ਲੋਕਾਂ ਨੇ ਕੇਸਿਸ ਦੱਸੇ, ਫਿਰ ਅਮਰੀਕਾ ਦੇ ਵਿੱਚ ਆਏ ਜਿਹੜੀ ਕਿ ਡਿਫਰੈਂਟ ਤਰ੍ਹਾਂ ਦੀ ਵੈਕਸੀਨੇਸ਼ਨ ਹੈ। ਉਹਦੇ ਵਿੱਚ ਕੁਝ ਕੇਸਾਂ 'ਚ ਮਤਲਬ ਸਮਝ ਲਓ ਤੁਸੀਂ 5 ਤੋਂ 10 ਕੇਸ ਇਹੋ ਜਿਹੇ ਨੇ ਪੂਰੀ USA 'ਚ ਜਿੱਥੇ ਇਸ ਤਰ੍ਹਾਂ ਦੇ ਕਲੌਟ ਬਣੇ ਜੋ ਕਿ ਬਹੁਤ ਘੱਟ ਹੈ। ਸੋ ਜੇ 100 ਚੋਂ 10-12% ਨੂੰ ਕੋਵਿਡ ਹੋ ਵੀ ਜਾਂਦਾ ਵੈਕਸੀਨ ਤੋਂ, ਜੇ ਦਾਖਲ ਹੀ ਨਹੀਂ ਹੋਣਗੇ। ਮੇਨ ਵੈਕਸੀਨੇਸ਼ਨ ਦਾ ਮੁੱਦਾ ਕੀ ਹੈ ਕਿ ਡੈਥ ਨਹੀਂ ਹੋਣੀ ਚਾਹੀਦੀ ਵੈਕਸੀਨ ਲਗਾਉਣ ਤੋਂ ਬਾਅਦ ਪਾਪੂਲੇਸ਼ਨ 'ਚ। ਦੂਜਾ ਹੌਸਪਿਟਲਾਈਜੇਸ਼ਨ, ਜੇ ਦੋਨੋਂ ਚੀਜ਼ਾਂ ਪੂਰੀਆਂ ਕਰਦੀਆਂ ਤਾਂ ਵੈਕਸੀਨੇਸ਼ਨ ਇਫੈਕਟਿਵ ਹੈ। ਰੋਜ਼ਾਨਾ ਸਪੋਕਸਮੈਨ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸ਼ਸ਼ਵ ਨਾਗਰਾ ਸਵਾਗਤ ਕਰਦਾ। ਦੋਸਤੋ, ਦੇਸ਼ ਦੇ ਉੱਪਰ ਕਰੋਨਾ ਦੀ ਮਾਰ ਪਈ ਹੋਈ ਹੈ ਤੇ ਇਸ ਨੂੰ ਨਜਿੱਠਣ ਦੇ ਲਈ ਸਰਕਾਰ ਵੈਕਸੀਨੇਸ਼ਨ ਲੈ ਕੇ ਆਈ ਹੈ। ਪਰ ਵੈਕਸੀਨੇਸ਼ਨ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ। ਜੇ ਗੱਲ ਕਰੀਏ ਤਾਂ ਲੋਕ ਸਵਾਲਾਂ ਦੀ ਮੈਂ ਗੱਲ ਕਰਾਂ ਤਾਂ ਕੋਈ ਪੁੱਛ ਰਿਹਾ ਹੈ ਕਿ ਕੋਵਿਡ ਪੇਸ਼ੈਂਟ ਵੈਕਸੀਨ ਲਗਵਾ ਸਕਦੇ ਨੇ ਜਾਂ ਫਿਰ ਜਿਨ੍ਹਾਂ ਨੂੰ ਕੋਵਿਡ ਹੋ ਚੁੱਕਿਆ ਹੈ, ਰਿਕਵਰ ਹੋ ਚੁੱਕੇ ਨੇ, ਉਹ ਵੈਕਸੀਨੇਸ਼ਨ ਲਵਾ ਸਕਦੇ ਨੇ, ਜਾਂ ਫਿਰ ਕੋਈ ਗੰਭੀਰ ਪੇਸ਼ੈਂਟ ਹੈ, ਕੋਈ ਕੈਂਸਰ ਪੇਸ਼ੈਂਟ ਹੈ, ਕੋਈ ਹਾਰਟ ਪੇਸ਼ੈਂਟ ਹੈ ਕਿ ਉਹ ਵੈਕਸੀਨ ਲਗਵਾ ਸਕਦੇ ਨੇ। ਸੋ ਇਹ तमाम ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਇਸ ਵਕਤ ਮੇਰੇ ਨਾਲ ਡਾਕਟਰ ਵਿਸ਼ਮ ਮੋਹਨ ਜੀ ਨੇ ਜੋ ਕਿ ਪੰਜਾਬ ਸਰਕਾਰ ਦੀ ਜਿਹੜੀ ਕੋਵਿਡ ਨੂੰ ਲੈ ਕੇ ਐਕਸਪਰਟ ਟੀਮ ਹੈ ਉਸ ਦੇ ਮੈਂਬਰ ਵੀ ਨੇ। ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਸਾਡੇ। ਹਾਂਜੀ, ਥੈਂਕ ਯੂ ਸਰ। ਡਾਕਟਰ ਸਾਹਿਬ, ਜਿਸ ਤਰ੍ਹਾਂ ਮੈਂ ਤੁਹਾਨੂੰ ਲੋਕਾਂ ਦੇ ਸਵਾਲ ਨੇ ਵੈਕਸੀਨੇਸ਼ਨ ਨੂੰ ਲੈ ਕੇ, ਕਿ ਸਭ ਤੋਂ ਪਹਿਲਾ ਸਵਾਲ ਮੈਂ ਹੀ ਸ਼ੁਰੂ ਕਰੂੰਗਾ ਕਿ ਕਿਹਨਾਂ ਨੂੰ ਜਿਹੜੀ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ 'ਤੇ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਹੈ? ਦੇਖੋ, ਵੈਕਸੀਨੇਸ਼ਨ ਦੇ 3 ਪੜਾਅ ਸੀ। ਪਹਿਲਾਂ ਸਭ ਤੋਂ ਪਹਿਲਾਂ ਹੈਲਥ ਕੇਅਰ ਵਰਕਰਸ ਨੂੰ ਹੋਈ ਤੇ ਫਰੰਟਲਾਈਨ ਵਰਕਰਸ ਨੂੰ ਹੋਈ, ਉਸ ਤੋਂ ਬਾਅਦ ਫਿਰ 45 ਤੋਂ ਬਾਅਦ ਹੋਈ। ਹੁਣ ਜਿਹੜੀ ਗਵਰਨਮੈਂਟ ਨੇ 18 ਸਾਲ ਦੀ ਉਮਰ ਤੋਂ ਬਾਅਦ ਓਪਨ ਕਰ ਦਿੱਤੀ ਹੈ ਕਿ ਕੋਈ ਵੀ ਬੰਦਾ ਆ ਕੇ ਆਪਣੇ ਪੋਰਟਲ ਦੇ ਥਰੂ ਲਗਵਾ ਸਕਦਾ ਹੈ। ਸੋ ਵੈਕਸੀਨੇਸ਼ਨ ਉਹਨਾਂ ਵਾਸਤੇ ਹੈ। ਉਹਦੇ ਵਿੱਚੋਂ ਵੀ ਮੇਰੀ ਸਭ ਤੋਂ ਪਹਿਲਾਂ ਜੇ ਵੈਕਸੀਨੇਸ਼ਨ ਪੂਰੀ ਮਿਲ ਰਹੀ ਹੈ ਤਾਂ ਸਾਰੇ ਬੰਦਿਆਂ ਨੂੰ ਲਗਾਉਣੀ ਚਾਹੀਦੀ ਹੈ 18 ਸਾਲ ਤੋਂ ਉੱਪਰ। ਅਗਰ ਵੈਕਸੀਨੇਸ਼ਨ ਦੀ ਘਾਟ ਹੈ ਤਾਂ ਉਹ 'ਚ ਵੀ ਪ੍ਰਾਇੋਰਟਾਈਜ਼ ਕਰ ਲਓ ਕਿ ਜਿਹੜੇ ਹੁਣ 40 ਸਾਲ ਤੋਂ ਉੱਪਰ ਹੈ, ਜਿਨ੍ਹਾਂ ਨੂੰ ਕੋਈ ਬਲੱਡ ਪ੍ਰੈਸ਼ਰ ਹੈ, ਮੋਟਾਪਾ ਹੈ, ਸ਼ੂਗਰ ਹੈ, ਉਹਨਾਂ ਲੋਕਾਂ ਨੂੰ ਨੰਬਰ 1 ਤੇ ਲਗਾਉਣੀ ਚਾਹੀਦੀ ਹੈ। ਉਸ ਤੋਂ ਬਾਅਦ ਫਿਰ ਜਿਹੜੇ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਲਗਾਉਣੀ ਚਾਹੀਦੀ ਹੈ। ਤੀਸਰੇ ਨੰਬਰ 'ਤੇ 18 ਸਾਲ ਤੋਂ ਜਿਹੜੇ ਉੱਪਰ ਹੈ, ਨਾਰਮਲ ਬੰਦੇ ਨੇ, ਉਹਨਾਂ ਨੂੰ ਲਗਾਉਣੀ ਚਾਹੀਦੀ ਹੈ। ਇਹ ਲਗਾਉਣ ਦਾ ਮਤਲਬ ਇਹ ਹੈ ਕਿ ਜਦੋਂ ਤੁਹਾਡੇ 'ਤੇ ਇਮਿਊਨਿਟੀ ਹੋ ਜਾਂਦੀ ਹੈ, ਜਦੋਂ ਵੈਕਸੀਨੇਸ਼ਨ ਹੋ ਜਾਂਦੀ ਹੈ, ਤੁਹਾਡੀ ਇੱਕ ਤਰ੍ਹਾਂ ਦੀ ਸਟਰੋਂਗ ਉਹਨੂੰ ਰੈਕੋਗਨਾਈਜ਼ ਕਰਦਾ ਤੁਹਾਡਾ ਇਮਿਊਨ ਸਿਸਟਮ, ਅਤੇ ਜਿਹੜੀ ਤੁਹਾਡੀ ਇਨਫੈਕਸ਼ਨ ਹੈ ਉਹ ਜ਼ਿਆਦਾ ਸੀਰੀਅਸ ਨਹੀਂ ਹੁੰਦੀ, ਉਹਦੇ ਚਾਂਸਿਸ ਬਹੁਤ ਜ਼ਿਆਦਾ ਘੱਟ ਜਾਂਦੇ ਨੇ ਅਤੇ ਉਹਦੇ ਨਾਲ ਫਿਰ ਇੱਕ ਤੋਂ ਦੂਸਰੀ ਜਗ੍ਹਾ 'ਤੇ ਫੈਲਦੀ ਨਹੀਂ ਹੈ ਬਿਮਾਰੀ। ਸੋ ਇਹ ਚੇਨ ਬ੍ਰੇਕ ਹੋ ਜਾਂਦੀ ਹੈ। ਕਿ ਜਿਹੜੇ ਕੋਈ ਜਿਸ ਤਰ੍ਹਾਂ ਕੋਈ ਕੈਂਸਰ ਪੇਸ਼ੈਂਟ ਹੈ, ਕੋਈ ਹਾਰਟ ਪੇਸ਼ੈਂਟ ਹੈ, ਜਿਨ੍ਹਾਂ ਦੇ ਕੋਈ ਹਾਰਟ ਸਰਜਰੀ ਹੋਈ ਹੈ, ਕਿ ਉਹ ਵੀ ਵੈਕਸੀਨੇਸ਼ਨ ਲਗਵਾ ਸਕਦੇ ਨੇ? ਦੇਖੋ, ਇਹ ਬਹੁਤ ਜ਼ਿਆਦਾ ਚੀਜ਼ ਕਲੀਅਰ ਹੈ। ਉਹਨਾਂ ਨੂੰ ਅਸੀਂ ਬਾਰ-ਬਾਰ ਰਿਪੀਟ ਕਰਦੇ ਹਾਂ ਕਿ ਜਿਹੜੇ ਹਾਰਟ ਦੇ ਪੇਸ਼ੈਂਟ ਹੈ, ਅਧਰੰਗ ਦੇ ਪੇਸ਼ੈਂਟ ਹੈ, ਬਾਈਪਾਸ ਹੋਇਆ, ਸਟ੍ਰੋਕ ਹੋਇਆ, ਸਟੈਂਟ ਪਿਆ ਜਾਂ ਜਿਨ੍ਹਾਂ ਦੇ ਵਾਲਵ ਚੇਂਜ ਹੋਏ ਨੇ, ਪੇਸਮੇਕਰ ਪਿਆ, ਉਹ ਜਾਂ ਜਿਹੜੇ ਕੈਂਸਰ ਦੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਰੇਡੀਏਸ਼ਨ ਪਹਿਲਾਂ ਮਿਲ ਚੁੱਕੀ ਹੈ ਜਾਂ ਪਹਿਲਾਂ ਕੀਮੋ ਮਿਲ ਚੁੱਕੀ ਹੈ, ਐਕਟਿਵ ਕੀਮੋ ਨਹੀਂ ਲੈ ਰਹੇ, ਉਹ ਸਾਰੇ ਬੰਦਿਆਂ ਨੂੰ ਵੈਕਸੀਨੇਸ਼ਨ ਦੀ ਕੋਈ ਮਨਾਹੀ ਨਹੀਂ ਹੈ। ਨਾ ਹੀ ਉਹਨਾਂ ਨੂੰ ਕੋਈ ਖੂਨ ਪਤਲਾ ਦੀ ਦਵਾਈ ਬੰਦ ਕਰਨ ਦੀ ਲੋੜ ਹੈ, ਉਹਨਾਂ ਨੂੰ ਦਵਾਈ ਕੰਟੀਨਿਊ ਕਰ ਰੱਖਣੀ ਚਾਹੀਦੀ ਹੈ। ਕਈ ਵਾਰ ਕੀ ਹੁੰਦਾ ਕਿ ਲੋਕ ਦਵਾਈ ਪਹਿਲਾਂ ਬੰਦ ਕਰ ਲੈਂਦੇ ਨੇ, ਉਹਦੇ ਨਾਲ ਕੀ ਹੁੰਦਾ ਕਿ ਕਲੌਟ ਬਣ ਜਾਂਦਾ, ਬਲਕਿ ਉਲਟਾ ਨੁਕਸਾਨ ਹੋ ਜਾਂਦਾ। ਸੋ ਕਈ ਲੋਕਾਂ ਦੇ ਮਨ ਵਿੱਚ ਵਹਿਮ ਸੀ ਵੀ ਅਸੀਂ ਦਵਾਈ ਪਹਿਲਾਂ ਬੰਦ ਕਰਾਂਗੇ, ਇਹ ਬਿਲਕੁਲ ਗਲਤ ਹੈ। ਸੋ ਆਪਣੀ ਸਾਰੀਆਂ ਦਵਾਈਆਂ ਕੰਟੀਨਿਊ ਕਰਨੀਆਂ ਅਤੇ ਜਿਹੜੇ ਮਰੀਜ਼ਾਂ ਦਾ ਮੈਂ ਤੁਹਾਨੂੰ ਦੱਸਿਆ ਇਹ ਬਿਮਾਰੀਆਂ ਦੇ ਸਾਰੇ ਲੋਕਾਂ ਨੂੰ ਵੈਕਸੀਨੇਸ਼ਨ ਲਗਾਉਣੀ ਚਾਹੀਦੀ ਹੈ। ਵੈਕਸੀਨੇਸ਼ਨ ਨੂੰ ਲੈ ਕੇ ਕਈਆਂ ਦੇ ਇਹ ਵੀ ਸਵਾਲ ਆਏ ਨੇ ਕਿ ਵੈਕਸੀਨੇਸ਼ਨ ਤੋਂ ਬਾਅਦ ਜਿਹੜੇ ਹਾਰਟ ਪੇਸ਼ੈਂਟ ਨੇ ਉਹਨਾਂ ਦੇ ਕਲੌਟ ਬਣਨਾ ਸ਼ੁਰੂ ਹੋ ਜਾਂਦਾ ਹੈ, ਖੂਨ ਗਾੜਾ ਹੋਣਾ ਸ਼ੁਰੂ ਹੋ ਜਾਂਦਾ, ਕਿ ਕੋਈ ਇਹੋ ਜਿਹੀ ਦਿੱਕਤ ਵੀ ਆਉਂਦੀ ਹੈ ਜੀ? ਦੇਖੋ, ਅਸੀਂ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਇਸ ਚੀਜ਼ ਬਾਰੇ ਦੇਖਦੇ ਹਾਂ। ਇੱਕ ਕਮੇਟੀ ਬਣੀ ਹੋਈ ਹੈ ਸਾਡੀ
ਇਹਦੇ ਦੋ ਕਾਰਨ ਹੈ ਜੋ ਮੈਨੂੰ ਲੱਗਿਆ। ਇੱਕ ਕਾਰਨ ਇਹ ਵੀ ਹੈ ਕਿ ਆਮ ਲੋਕ ਕੀ ਕਰਦੇ ਨੇ, ਲੋਕਾਂ ਦੇ ਵਿੱਚ ਜਿੱਦਾਂ ਤੁਸੀਂ ਪੁੱਛਿਆ ਕਿ ਇਹ ਲੋਕਾਂ ਦੇ ਵਿੱਚ ਦਿਮਾਗ 'ਚ ਹੁੰਦਾ ਕਿ ਸਾਨੂੰ ਖੂਨ ਪਤਲੇ ਦੀ ਦਵਾਈ ਬੰਦ ਕਰਨੀ ਚਾਹੀਦੀ ਹੈ। ਉਹ ਖੂਨ ਪਤਲੇ ਦੀ ਦਵਾਈ ਬੰਦ ਕਰ ਲੈਂਦੇ ਨੇ, ਚਲਾਣੀ ਭੁੱਲ ਜਾਂਦੇ ਨੇ। ਤੇ ਉਹ ਜਿਹੜਾ ਹਾਰਟ ਦਾ ਪੇਸ਼ੈਂਟ ਹੈ, ਜੇ ਤੁਸੀਂ ਖੂਨ ਪਤਲੇ ਦੀ ਦਵਾਈ ਬੰਦ ਕਰਤੀ ਤਾਂ ਨੈਚੁਰਲੀ ਉਹਦੇ ਵਿੱਚ ਕਲੌਟ ਬਣੇਗਾ ਤੇ ਅਟੈਕ ਆਏਗਾ। ਇਸ ਤਰ੍ਹਾਂ ਦੇ ਵੀ ਮੈਂ ਕਾਫੀ ਪੇਸ਼ੈਂਟ ਦੇਖੇ ਨੇ ਜਿਨ੍ਹਾਂ ਨੇ ਦਵਾਈ ਬੰਦ ਕਰਤੀ, ਚਲਾਣੀ ਭੁੱਲ ਗਏ, ਤਾਂ ਨੈਚੁਰਲ ਹੈ ਕਿ ਫਿਰ ਉਹਦਾ ਅਟੈਕ ਹੋ ਗਿਆ। ਪਰ ਉਹ ਸਾਰਾ ਚੀਜ਼ ਕਿਉਂਕਿ ਵੈਕਸੀਨੇਸ਼ਨ ਦੇ ਨਾਲ ਹੋਇਆ ਤਾਂ ਲੋਕਾਂ ਨੂੰ ਲੱਗਿਆ ਕਿ ਇਹ ਵੈਕਸੀਨੇਸ਼ਨ ਕਰਕੇ ਹੈ। ਸੋ ਇੱਕ ਤਾਂ ਇਹ ਵਾਲੀ ਨੈਗੇਟਿਵ ਚੀਜ਼ ਆਈ। ਬਹੁਤ ਰੇਅਰ ਚੀਜ਼ਾਂ ਨੇ ਜਿਹੜੀਆਂ ਕਿ ਯੂਰਪ ਦੇ ਕੁਝ ਕੰਟਰੀਜ਼ 'ਤੇ ਲੋਕਾਂ ਨੇ ਕੇਸਿਸ ਦੱਸੇ, ਫਿਰ ਅਮਰੀਕਾ ਦੇ ਵਿੱਚ ਆਏ ਜਿਹੜੀ ਕਿ ਡਿਫਰੈਂਟ ਤਰ੍ਹਾਂ ਦੀ ਵੈਕਸੀਨੇਸ਼ਨ ਹੈ। ਉਹਦੇ ਵਿੱਚ ਕੁਝ ਕੇਸਾਂ 'ਚ ਮਤਲਬ ਸਮਝ ਲਓ ਤੁਸੀਂ 5 ਤੋਂ 10 ਕੇਸ ਇਹੋ ਜਿਹੇ ਨੇ ਪੂਰੀ USA 'ਚ ਜਿੱਥੇ ਇਸ ਤਰ੍ਹਾਂ ਦੇ ਕਲੌਟ ਬਣੇ, ਜੋ ਕਿ ਬਹੁਤ ਘੱਟ ਹੈ। ਆਪਾਂ ਹਮੇਸ਼ਾ ਇਹ ਚੀਜ਼ ਦੇਖਦੇ ਹਾਂ ਕਿ ਰਿਸਕ ਕਿਹਦਾ ਤੇ ਬੈਨੀਫਿਟ ਕਿਹਦਾ। ਜੇ ਉਹਦਾ ਰਿਸਕ ਉਨਾ ਹੀ ਹੈ ਜਿੰਨਾ ਆਪਾਂ ਇੱਥੋਂ ਰੋਡ ਕ੍ਰੋਸ ਕਰਨ ਦਾ, ਜੇ ਆਪਾਂ ਰੋਡ ਕ੍ਰੋਸ ਕਰਨ ਦਾ ਵੀ ਤਾਂ ਐਕਸੀਡੈਂਟ ਦਾ, ਇਹਦਾ ਮਤਲਬ ਇਹ ਤਾਂ ਨਹੀਂ ਕਿ ਆਪਾਂ ਰੋਡ ਨਹੀਂ ਕ੍ਰੋਸ ਕਰਦੇ। ਸੋ ਇਸ ਕਰਕੇ ਵੈਕਸੀਨੇਸ਼ਨ ਜਦੋਂ ਪੂਰੀ ਪਾਪੂਲੇਸ਼ਨ ਦੀ ਗੱਲ ਕਰਦੇ ਆ, ਆਲਮੋਸਟ ਇਹਨੂੰ ਸੇਫ ਮੰਨਿਆ ਜਾਂਦਾ ਹੈ। ਤੇ ਜਿਸ ਤਰ੍ਹਾਂ ਕਿਸੇ ਨੂੰ ਕੋਵਿਡ ਹੋਇਆ ਹੈ, ਮੰਨ ਲਓ ਅੱਜ ਉਹਨੂੰ ਰਿਪੋਰਟ ਆ ਜਾਂਦੀ ਹੈ ਪੇਸ਼ੈਂਟ ਦੀ ਕਿ ਪੋਜ਼ਿਟਿਵ ਹੈ, ਕਿ ਉਹ ਪੇਸ਼ੈਂਟ ਨੂੰ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਹੈ ਜਾਂ ਨਹੀਂ? ਇਹ ਬਹੁਤ ਇੰਪੋਰਟੈਂਟ ਸਵਾਲ ਹੈ। ਜਿਨ੍ਹਾਂ ਨੂੰ ਕੋਵਿਡ ਹੋ ਚੁੱਕਿਆ, 2 ਹਫ਼ਤੇ ਕੋਵਿਡ ਨੂੰ ਹੋ ਕੇ ਰਿਕਵਰੀ ਹੋ ਚੁੱਕੀ, ਉਸ ਨੂੰ 90 ਡੇਜ਼ ਤੱਕ ਦੇਖਿਆ ਗਿਆ ਕਿ ਉਹਨੂੰ ਕੋਵਿਡ ਕਰਕੇ ਜਿਹੜੀਆਂ ਐਂਟੀਬਾਡੀਜ਼ ਬਣਦੀਆਂ ਉਹਦੀ ਪ੍ਰੋਟੈਕਸ਼ਨ ਹੁੰਦੀ ਹੈ ਕੋਵਿਡ ਦੇ ਪੇਸ਼ੈਂਟ ਨੂੰ। ਉਸ ਤੋਂ ਬਾਅਦ ਉਹ ਪ੍ਰੋਟੈਕਸ਼ਨ ਘਟ ਜਾਂਦੀ ਹੈ। ਸੋ ਪਰ ਸਰਕਾਰ ਵੱਲੋਂ ਇਹ ਹੈ ਕਿ 1 ਮਹੀਨੇ ਤੋਂ ਬਾਅਦ ਜਿਹੜਾ ਕੋਵਿਡ ਰਿਕਵਰ ਹੋ ਗਿਆ ਉਹ ਕਿਦੋਂ ਵੀ ਵੈਕਸੀਨ ਲਗਵਾ ਸਕਦਾ ਹੈ। ਸੋ ਜੇ ਕੋਈ ਬੰਦਾ ਉਹਨੂੰ 3 ਮਹੀਨੇ ਵੀ ਵੇਟ ਕਰਨਾ ਚਾਹੁੰਦਾ ਉਹ ਕਰ ਸਕਦਾ। ਪਰ ਕੋਵਿਡ ਦੇ ਹੁੰਦੇ ਹੋਏ ਜਾਂ ਫੈਮਿਲੀ ਵਿੱਚ ਬੁਖਾਰ ਹੋਵੇ ਜਾਂ ਫੈਮਿਲੀ 'ਚ ਕਿਸੇ ਨੂੰ ਕਰੋਨਾ ਹੁਣੀ ਹੋਇਆ ਹੋਵੇ 2 ਹਫ਼ਤੇ, ਉਹਨਾਂ ਨੂੰ ਵੈਕਸੀਨੇਸ਼ਨ ਨਹੀਂ ਕਰਾਉਣੀ ਚਾਹੀਦੀ, ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਕੁਝ ਹਫ਼ਤੇ। ਜਦੋਂ ਬੁਖਾਰ ਹਟ ਗਿਆ, ਇਹ ਕਲੀਅਰ ਹੋ ਗਿਆ ਕਿ ਕੋਵਿਡ ਵਗੈਰਾ ਨਹੀਂ ਹੈ ਜਾਂ ਰਿਕਵਰ ਹੋ ਗਏ, ਫਿਰ ਹੀ ਵੈਕਸੀਨੇਸ਼ਨ ਲਗਾਉਣੀ ਚਾਹੀਦੀ ਹੈ। ਮਤਲਬ ਜਿਨ੍ਹਾਂ ਦੇ ਘਰੇ ਕੋਈ ਕੋਵਿਡ ਪੇਸ਼ੈਂਟ ਆਇਆ ਜਾਂ ਕੋਈ ਕਿਸੇ ਦੇ ਟੱਚ ਦੇ ਵਿੱਚ ਆਇਆ ਤਾਂ ਉਹ ਇੱਕ ਵਾਰ ਵੈਕਸੀਨੇਸ਼ਨ ਤੋਂ ਕਰਾਉਣ ਪਹਿਲਾਂ ਆਪਣਾ ਟੈਸਟ ਜ਼ਰੂਰ ਲੈ ਲੈਣ, ਟੈਸਟ ਵੀ ਲੈਣ ਔਰ ਵੇਟ ਵੀ ਕਰਨ ਉਹਨੇ। ਡਾਕਟਰ ਸਾਹਿਬ, ਇੱਕ ਜਿਹੜੀਆਂ 2 ਤਰ੍ਹਾਂ ਦੀਆਂ ਹਿੰਦੁਸਤਾਨ ਦੇ ਵਿੱਚ ਵੈਕਸੀਨ ਲੱਗ ਰਹੀਆਂ ਨੇ, ਕੋਵੈਕਸਿਨ ਤੇ ਕੋਵਾਸ਼ੀਲਡ, ਲੋਕ ਇਸ ਨੂੰ ਲੈ ਕੇ ਬੜਾ ਦੁਵਿਧਾ 'ਚ ਨੇ ਕਿ ਕਿਹੜੀ ਨੂੰ ਪ੍ਰੈਫਰ ਕੀਤਾ ਜਾਵੇ। ਕਿਸੇ ਦਾ ਤਰਕ ਹੈ ਕਿ ਕੋਵੈਕਸਿਨ ਵਧੀਆ, ਕਿਸੇ ਦਾ ਇਹ ਤਰਕ ਹੈ ਕਿ ਕੋਵਾਸ਼ੀਲਡ ਵਧੀਆ ਹੈ। ਪਰ ਤੁਹਾਡੇ ਤੋਂ ਮੈਂ ਜਾਣਨਾ ਚਾਹੁੰਦਾ ਕਿ ਕਿਹੜੀ ਜ਼ਿਆਦਾ ਪ੍ਰੈਫਰੇਬਲ ਹੈ? ਦੇਖੋ, ਜਿੰਨੀਆਂ ਵੀ ਸਟੱਡੀਜ਼ ਅਵੇਲੇਬਲ ਨੇ, ਕੋਵੈਕਸਿਨ ਜਿਹੜੀ ਹੈਗੀ ਆ ਉਹ ਪਿਓਰ ਇੰਡੀਆ 'ਚ ਹੀ ਡਿਵੈਲਪ ਹੋਈ ਹੈ ਤੇ ਇੱਥੇ ਹੀ ਸਟੱਡੀ ਹੋਈ ਹੈ। ਕੋਵਾਸ਼ੀਲਡ ਹੈ ਇੰਗਲੈਂਡ 'ਚ ਵੀ ਹੋਈ ਹੈ ਤੇ ਬਾਕੀ ਕੰਟਰੀ 'ਚ ਵੀ ਹੋਈ ਹੈ। ਦੋਨਾਂ ਦੇ ਜਿਹੜੇ ਇਫੈਕਟ ਹੈ ਜੋ ਪਬਲਿਸ਼ ਵੀ ਹੋ ਚੁੱਕੇ ਨੇ, ਉਹਦੇ ਵਿੱਚ ਦੋਨਾਂ ਹੀ ਇਫੈਕਟਿਵ ਨੇ ਤੇ ਸਾਈਡ ਇਫੈਕਟ ਦੋਨਾਂ ਦੇ ਬਹੁਤ ਘੱਟ ਹੈ। ਇਸ ਲਈ ਜਿਹੜੀ ਵੀ ਅਵੇਲੇਬਲ ਹੈ ਉਹ ਤੁਹਾਨੂੰ ਲਗਵਾ ਲੈਣੀ ਚਾਹੀਦੀ ਹੈ ਤੇ ਜਿਹੜੀ ਤੁਸੀਂ ਪਹਿਲੀ ਵਾਰ ਲਗਾਈ ਹੈ ਉਹੀ ਦੂਜੀ ਵਾਰ ਲੱਗੇਗੀ। ਕੋਈ ਇਹ ਤਾਂ ਨਹੀਂ ਹੈਗਾ ਕਿ ਜਿਸ ਤਰ੍ਹਾਂ ਕਿਸੇ ਪੇਸ਼ੈਂਟ ਨੂੰ, ਕੋਈ ਹਾਰਟ ਦੇ ਪੇਸ਼ੈਂਟ ਨੂੰ ਕੋਵਾਸ਼ੀਲਡ ਲਗਵਾਉਣੀ ਚਾਹੀਦੀ ਹੈ ਜਾਂ ਫਿਰ ਕੋਵੈਕਸਿਨ ਲਗਵਾਉਣੀ ਚਾਹੀਦੀ ਹੈ, ਕੋਈ ਐਦਾਂ ਕੋਈ ਸਪੈਸੀਫਿਕੇਸ਼ਨ ਤਾਂ ਨਹੀਂ ਹੈਗੀ? ਨਾ ਤਾਂ ਇਸ ਤਰ੍ਹਾਂ ਦੀ ਕੋਈ ਗਾਈਡਲਾਈਨਸ ਹੈ, ਨਾ ਇਹਦੇ ਤੇ ਕੋਈ ਤੱਥ ਹੈ। ਸੋ ਮੇਰੇ ਹਿਸਾਬ ਨਾਲ ਕੋਈ ਵੀ ਬੰਦਾ ਜਿਹੜੀ ਵੀ ਵੈਕਸੀਨ ਅਵੇਲੇਬਲ ਹੈ ਉਹ ਉਹਨੂੰ ਲਗਵਾਉਣੀ ਚਾਹੀਦੀ ਹੈ। ਪਰ ਇਹ ਜ਼ਰੂਰ ਹੈ ਕਿ ਜਿਹਨੇ ਪਹਿਲੀ ਵੈਕਸੀਨ ਉਸ ਟਾਈਪ ਦੀ ਲਗਾਈ ਹੈ, ਦੂਜੀ ਵੀ ਉਸ ਟਾਈਪ ਦੀ ਲਗਾਏਗਾ। ਇੰਡੀਆ ਦੇ ਵਿੱਚ ਨਵੀਂ ਜਿਹੜੀ ਵੇਰੀਐਂਟ ਆ ਰਿਹਾ ਜੀ, ਉਹਨੂੰ ਲੈ ਕੇ ਉਹ ਕਿੰਨਾ ਕੁ ਕੁਝ ਕਰਕੇ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋਵੋਗੇ, ਉਹਨੂੰ ਲੈ ਕੇ ਕਿੰਨਾ ਕੁ ਉਹ ਕੀ ਜਿਹੜੀ ਇਹ ਵੈਕਸੀਨ ਹੈ ਉਹਦੇ ਤੇ ਕਾਰਗਰ ਹੈਗੀ ਆ, ਉਹਦੇ ਤੇ ਇਫੈਕਟ ਹੈਗੇ ਨੇ ਇਸ ਵੈਕਸੀਨ ਦੇ ਪੋਜ਼ਿਟਿਵ ਇਫੈਕਟ? ਹਾਲੇ ਤੱਕ ਕੋਵਿਡ ਦੀਆਂ ਜਿੰਨੀਆਂ ਵੀ ਵੇਰੀਏਸ਼ਨਸ ਹੋਈਆਂ ਨੇ, ਡਬਲ ਮਿਊਟੇਸ਼ਨ ਜਿਹਨੂੰ ਕਹਿੰਦੇ ਆ, ਜਾਂ ਇੰਗਲੈਂਡ ਵਾਲੀ ਮਿਊਟੇਸ਼ਨ ਜਿਹੜੀ ਪਹਿਲਾਂ ਪੰਜਾਬ 'ਚ ਵੀ ਆਈ ਸੀ, ਉਹ ਸਾਰੀ ਚੀਜ਼ਾਂ ਤੋਂ ਕਲੀਅਰ ਹੈ ਕਿ ਉਹ ਤਿੰਨੋਂ ਟਾਈਪ ਦੀਆਂ 'ਚ ਇਹ ਦੋਨੋਂ ਤਰ੍ਹਾਂ ਦੇ ਵੈਕਸੀਨ ਜਿਹੜੇ ਹੈਗੇ ਆ ਉਹ ਇਫੈਕਟਿਵ ਹੈਗੇ ਨੇ। ਇੱਕ ਕੋਈ ਤੀਸਰੀ ਜਿਹੜੀ ਵੈਕਸੀਨੇਸ਼ਨ ਦੀ ਉਹ ਵੀ ਆ ਰਹੀ ਹੈ, ਉਹਨੂੰ ਲੈ ਕੇ ਕੀ ਹਲੇ ਰਿਸਰਚ ਚੱਲ ਰਹੀ ਹੈ ਜਾਂ ਫਿਰ ਇਹ 2 ਹੀ ਹਲੇ ਲੱਗਣਗੀਆਂ? ਦੇਖੋ, ਕਈ ਤਰ੍ਹਾਂ ਦੀਆਂ ਵੈਕਸੀਨਸ ਲਾਈਨ 'ਚ ਲੱਗੀਆਂ ਹੋਈਆਂ ਨੇ। ਉਹਦੇ ਵਿੱਚ ਇੱਕ ਸਪੂਤਨਿਕ ਹੈ, ਕੁਝ USA ਦੀ ਹੈਗੀ ਹੈ। ਹੁਣ ਤਾਂ ਗਵਰਨਮੈਂਟ ਨੇ ਵੈਸੇ ਹੀ ਓਪਨ ਕਰਤਾ ਕਿ ਪ੍ਰਾਈਵੇਟ ਸੈਕਟਰ ਤੋਂ ਤੁਸੀਂ ਕੋਈ ਵੀ ਬੰਦਾ ਬਾਹਰੋਂ ਖਰੀਦ ਸਕਦਾ ਹੈ ਤੇ ਵੈਕਸੀਨ ਲਗਾ ਸਕਦਾ ਹੈ। ਸੋ ਵੈਕਸੀਨਸ ਵੀ ਆਉਣਗੀਆਂ, ਕੁਝ 2 ਡੋਜ਼ਿਸ ਵਾਲੀਆਂ, ਕੁਝ ਸਿੰਗਲ ਡੋਜ਼ ਵਾਲੀ ਹੈ। ਜਦੋਂ ਆਉਂਦੀ ਰਹੀ ਅਸੀਂ ਸਾਰੇ ਲੋਕ, ਮੀਡੀਆ, ਸਾਰੇ ਡਾਕਟਰ ਉਹ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ। ਡਾਕਟਰ ਸਾਹਿਬ, ਹੁਣ ਆਖਰੀ ਸਵਾਲ ਹੈ ਮੇਰਾ, ਇਹਦੇ ਵਿੱਚ ਕਈ ਗੱਲਾਂ ਆ ਜਾਣਗੀਆਂ ਲੋਕਾਂ ਦੀਆਂ, ਕਈ ਇਸ ਨੂੰ ਲੈ ਕੇ ਅਫਵਾਹਾਂ ਬੜੀਆਂ ਨੇ। ਕੋਈ ਜਦੋਂ ਅਸੀਂ ਕਿਤੇ ਗਰਾਊਂਡ 'ਤੇ ਰਿਪੋਰਟਿੰਗ ਕਰਦੇ ਹਾਂ ਤਾਂ ਕਈਆਂ ਦਾ ਇਹ ਤਰਕ ਹੁੰਦਾ ਹੈ ਕਿ ਵੈਕਸੀਨ ਦਾ ਕੀ ਫਾਇਦਾ, ਵੈਕਸੀਨੇਸ਼ਨ ਤੋਂ ਬਾਅਦ ਵੀ ਕੋਵਿਡ ਹੋ ਰਿਹਾ ਲੋਕਾਂ ਨੂੰ। ਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਤੇ ਹੋਰ ਵੀ ਕਈ ਤੱਥ ਦਿੰਦੇ ਨੇ ਲੋਕ, ਕੋਈ ਕਹਿ ਦਿੰਦਾ ਹੈ। ਬਾਕੀ ਤੁਸੀਂ ਇਹਨਾਂ ਅਫਵਾਹਾਂ ਬਾਰੇ ਦੱਸੋ। ਦੇਖੋ, ਇੱਦਾਂ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਜਿਹੜੀ ਕੋਈ ਵੀ ਵੈਕਸੀਨੇਸ਼ਨ ਹੈ ਉਹਦਾ ਮਤਲਬ ਇਹ ਹੁੰਦਾ ਕਿ ਬਾਡੀ 'ਚ ਇਮਿਊਨ ਸਿਸਟਮ ਹੋਵੇ, ਯੁੱਧ ਕਰਨ ਦੀ ਸ਼ਕਤੀ ਪੈਦਾ ਕਰੇ। ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ 100% ਕੋਵਿਡ ਨਹੀਂ ਹੋਏਗਾ। ਹੋ ਸਕਦਾ ਉਹਨੂੰ ਕੋਵਿਡ ਹੋਵੇ, ਪਰ ਉਹਦੇ ਵਿੱਚ ਉਹਦੇ ਦਾਖਲ ਹੋਣ ਦੇ ਚਾਂਸਿਸ ਹੈ ਹਸਪਤਾਲ ਦੇ ਵਿੱਚ ਉਹ ਬਹੁਤ ਰੇਅਰ ਨੇ, ਨੈਗਲੀਜੀਬਲ ਹੈ।
ਸੋ ਜੇ 100 ਚੋਂ 10-12% ਨੂੰ ਕੋਵਿਡ ਹੋ ਵੀ ਜਾਂਦਾ ਵੈਕਸੀਨ ਤੋਂ, ਜੇ ਦਾਖਲ ਹੀ ਨਹੀਂ ਹੋਣਗੇ। ਮੇਨ ਵੈਕਸੀਨੇਸ਼ਨ ਦਾ ਮੁੱਦਾ ਕੀ ਹੈ ਕਿ ਡੈਥ ਨਹੀਂ ਹੋਣੀ ਚਾਹੀਦੀ ਵੈਕਸੀਨ ਲਗਾਉਣ ਤੋਂ ਬਾਅਦ ਪਾਪੂਲੇਸ਼ਨ 'ਚ, ਦੂਜਾ ਹਸਪੀਟਲਾਈਜੇਸ਼ਨ। ਜੇ ਦੋਨੋਂ ਚੀਜ਼ਾਂ ਪੂਰੀਆਂ ਕਰਦੀਆਂ ਤਾਂ ਵੈਕਸੀਨੇਸ਼ਨ ਇਫੈਕਟਿਵ ਹੈ। ਜਿਹੜੀਆਂ ਬਾਕੀ ਹੋਆ ਹੈ, ਕੁਝ ਲੋਕ ਯੰਗਸਟਰਸ ਕਹਿੰਦੇ ਨੇ ਕਿ ਕਮਜ਼ੋਰੀ ਹੋ ਜਾਂਦੀ ਹੈ, ਜਿੱਦਾਂ ਮੇਲ ਨੇ ਯੰਗ ਮੁੰਡੇ ਕਹਿੰਦੇ ਨੇ ਕਿ ਕਮਜ਼ੋਰੀ ਹੋ ਜਾਏਗੀ, ਪੇਰੈਂਟਸ ਨਹੀਂ ਲਗਾਉਣ ਦਿੰਦੇ, ਕਿ ਬੱਚਾ ਨਹੀਂ ਪੈਦਾ ਹੋ ਸਕਦਾ। ਉਹ ਇੱਕ ਬਹੁਤ ਵੱਡੀ ਅਫਵਾਹ ਹੈ। ਲੇਡੀਜ਼ ਦੇ ਵਿੱਚ ਹੈ, ਯੰਗ ਲੇਡੀਜ਼ ਨੂੰ ਲੋਕ ਕਹਿੰਦੇ ਕਿ ਦੇਖੋ ਜੇ ਤੁਸੀਂ ਕੀਤਾ ਤਾਂ ਹੋ ਸਕਦਾ ਬੱਚੇ ਅੱਗੇ ਪ੍ਰੈਗਨੈਂਸੀ 'ਚ ਕੋਈ ਪ੍ਰੋਬਲਮ ਆਵੇ। ਇਹ ਹਾਲੇ ਤੱਕ ਇਹ ਨਿਰਾਧਾਰ ਹੈ, ਕਿਉਂਕਿ ਅੱਛੀ ਤਰ੍ਹਾਂ ਸਟੱਡੀਜ਼ ਹੋ ਚੁੱਕੀਆਂ ਨੇ ਤੇ ਇਹਦੇ ਵਿੱਚ ਇਹਦੇ ਕੋਈ ਉਹ ਨਹੀਂ ਹੈ। ਜਿਹੜੀ ਵੀਕਨੈਸ ਵਾਲੀ ਗੱਲ ਹੈ। ਤੀਸਰੀ ਚੀਜ਼ ਹੈ ਕਿ ਜੇ ਵੈਕਸੀਨ ਲਗਾ ਲਈ, ਕੁਝ ਲੋਕ ਕਹਿ ਰਹੇ ਕਿ ਤੁਸੀਂ ਸਾਰੀ ਉਮਰ ਸ਼ਰਾਬ ਨਹੀਂ ਪੀ ਸਕਦੇ, ਜਿਹੜੇ ਪੀਂਦੇ ਨੇ। ਨੋ ਡਾਊਟ ਕਿ ਆਪਾਂ ਸ਼ਰਾਬ ਨੂੰ ਪ੍ਰਮੋਟ ਨਹੀਂ ਕਰ ਰਹੇ, ਔਰ ਇਹ ਵੀ ਕਹਿੰਦੇ ਕਿ ਸ਼ਰਾਬ ਦੇ ਬਾਕੀ ਵੀ ਹਾਨੀਕਾਰਕ ਚੀਜ਼ਾਂ ਨੇ, ਪਰ ਇਹ ਸੋਚ ਕੇ ਜਿਹੜੇ ਥੋੜੀ ਬਹੁਤ ਅਲਕੋਹਲ ਲੈਂਦੇ ਨੇ ਵੈਕਸੀਨ ਹੀ ਨਹੀਂ ਲਗਵਾਉਣਗੇ, ਉਹ ਆਪਣਾ ਰਿਸਕ ਵਧਾ ਲੈਣਗੇ। ਚੌਥੀ ਚੀਜ਼ ਹੈ, ਕੁਝ ਕਹਿੰਦੇ ਨੇ ਕਿ ਜੇ ਸ਼ੂਗਰ ਹੈ ਵੀ ਟੀਕਾ ਲਵਾ ਲਿਆ ਮੇਰਾ ਪੱਕੀ ਨਾ ਜਾਵੇ, ਇਹ ਵੀ ਬਿਲਕੁਲ ਉਹ ਇੰਨੀ ਪਤਲੀ ਹੈ, ਤਾਂ ਮਤਲਬ ਤੁਸੀਂ ਸਮਝੋ ਇੰਨੀ ਪਤਲੀ ਨੀਡਲ ਹੈ, 10ਵਾਂ ਹਿੱਸਾ ਹੈ ਯਾਰ ਆਮ ਨੀਡਲ ਨਾਲੋਂ, ਤੇ ਜੋ ਲਗਾਉਣਗੇ ਇਨਫੈਕਸ਼ਨ ਹੋਣ ਦੇ ਚਾਂਸ ਤਾਂ ਹੈ ਹੀ ਨਹੀਂ। ਇੰਨੀ 0.5 ml ਡੋਜ਼ ਜਾਣੀ ਹੈ, ਤੁਸੀਂ ਸੋਚੋ ਇੱਥੇ ਡੋਜ਼ ਲੱਗਣੀ ਹੈ ਤਾਂ ਉਹਦੇ ਵਿੱਚ ਇਨਫੈਕਸ਼ਨ ਕੀ ਹੋਊਗੀ। ਸੋ ਇਦਾਂ ਦਾ ਸ਼ੂਗਰ ਵਾਲਿਆਂ ਮੰਨਣਾ ਵੀ ਇਹ ਚੀਜ਼ ਗਲਤ ਹੈ। ਹਾਰਟ ਤੇ ਕੈਂਸਰ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਆਖਰੀ ਸਵਾਲ ਇਹਦੇ ਨਾਲ ਹੀ ਹੁਣ ਮੈਨੂੰ ਯਾਦ ਆ ਰਿਹਾ ਕਿ ਪ੍ਰੈਗਨੈਂਟ ਲੇਡੀਜ਼ ਨੂੰ ਇਹ ਲਗਵਾਉਣੀ ਚਾਹੀਦੀ ਹੈ ਜਾਂ ਫਿਰ ਨਹੀਂ? ਹਾਲੇ ਤੱਕ ਆਪਣੀ ਕੰਟਰੀ 'ਚ ਜਿਹੜੀਆਂ ਸਟੱਡੀਜ਼ ਹੋਈਆਂ ਪ੍ਰੈਗਨੈਂਸੀ ਇਨਕਲੂਡਡ ਨਹੀਂ ਹੈ। ਸੋ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਨੇ ਉਹਨਾਂ ਨੂੰ ਇਹ ਐਡਵਾਈਜ਼ੇਬਲ ਨਹੀਂ ਹੈ। ਤੇ ਡਿਲੀਵਰੀ ਤੋਂ ਕਿੰਨਾ ਟਾਈਮ ਬਾਅਦ ਲਗਵਾ ਸਕਦੇ ਨੇ? ਡਿਲੀਵਰੀ ਤੋਂ ਤੁਸੀਂ ਜੇ ਲੈਕਟੇਟਿੰਗ ਮਦਰਸ ਹੈ ਉਹਨਾਂ ਨੂੰ ਕੁਝ ਜਗ੍ਹਾ ਤੇ ਇਹ ਐਡਵਾਈਸ ਕੀਤਾ ਗਿਆ ਕਿ ਲਗਵਾ ਸਕਦੇ ਨੇ, ਉਹ ਆਪਣੇ ਡਾਕਟਰਸ ਨਾਲ ਸਲਾਹ ਕਰਕੇ ਲਗਵਾ ਸਕਦੇ ਨੇ। ਰਿਸਕ ਬੈਨੀਫਿਟ ਹੈ ਦੇਖਣ ਦਾ, ਪਰ ਜਿੰਨੀਆਂ ਵੀ ਪ੍ਰੈਗਨੈਂਸੀ ਬਾਰੇ ਉਹ ਡੈਫੀਨੇਟ ਹੈ ਕਿ ਇਹਨਾਂ ਨੂੰ ਲਗਵਾਉਣਾ ਨਹੀਂ ਚਾਹੀਦੀ। ਸੋ ਮੈਨੂੰ ਲੱਗਦਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਦਰਸ਼ਕਾਂ ਨੂੰ ਉਹ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਜਿਹੜੇ ਵੈਕਸੀਨੇਸ਼ਨ ਨੂੰ ਲੈ ਕੇ ਤੁਹਾਡੇ ਮਨਾਂ ਦੇ ਵਿੱਚ ਆਉਂਦੇ ਹੋਣਗੇ। ਸੋ ਜਿੰਨਾ ਕੁ ਮੈਨੂੰ ਸਮਝ ਆਈ ਹੈ ਇਹੀ ਹੈ ਕਿ ਸਾਰਿਆਂ ਨੂੰ ਇਸ ਜਿਹੜਾ ਵੈਕਸੀਨੇਸ਼ਨ ਨੂੰ ਇੱਕ ਤਿਉਹਾਰ ਦੇ ਤਰ੍ਹਾਂ ਦੇਖਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਤੇ ਜਲਦੀ ਤੋਂ ਜਲਦੀ ਵੈਕਸੀਨੇਸ਼ਨ ਲਵਾ ਕੇ ਦੇਸ਼ ਨੂੰ ਇਸ ਜਿਹੜੀ ਕਰੋਨਾ ਮਹਾਮਾਰੀ ਤੋਂ ਜਿੱਤ ਪ੍ਰਾਪਤ ਕਰਾਈ ਜਾਵੇ। ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ। ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਕਰਨ ਬਸਰਾ ਨੇ। ਮੈਂ ਸ਼ਸ਼ਵ ਨਾਗਰਾ, ਧੰਨਵਾਦ।